ਅੱਜ ਸਵੇਰੇ ਹੀ ਇੱਕ ਟੈਲੀਫੋਨ ਆਇਆ ਸੀ। ਉਹਨੇ ਕਿਹਾ ਵੀ ਤੁਸੀਂ ਕਹਿ ਰਹੇ ਸੀ ਨਾ ਵੀ ਮੈਂ ਮਰਿਆਦਾ ਨਹੀਂ ਦਿੰਦਾ ਹਾਂ, ਨਿਯਮ ਨਹੀਂ ਦਿੰਦਾ ਹਾਂ। ਇਹ ਗੱਲ ਮੈਨੂੰ ਹੁਣ ਸਮਝ ਵਿੱਚ ਆਈ ਹੈ ਵੀ ਵਾਸਤਵਿਕ ਦੇ ਵਿੱਚ ਤਾਂ ਤੁਸੀਂ ਕੋਈ ਨਿਯਮ ਦਿੱਤਾ ਹੀ ਨਹੀਂ, ਮਰਿਆਦਾ ਨਹੀਂ ਦਿੱਤੀ। ਪਰ ਫਿਰ ਵੀ ਮੈਨੂੰ ਪਰਮ ਨਿਯਮ, ਪਰਮ ਮਰਿਆਦਾ ਕਿਵੇਂ ਮਿਲ ਗਈ? ਤੁਸੀਂ ਕੋਈ ਨਿਯਮ ਨਹੀਂ ਦਿੱਤਾ। ਤੁਸੀਂ ਨਹੀਂ ਕਿਹਾ ਵੀ ਇੱਦਾਂ ਕਰੋ, ਇੱਦਾਂ ਨਾ ਕਰੋ। ਤੁਸੀਂ ਕੋਈ ਮਰਿਆਦਾ ਨਹੀਂ ਦਿੱਤੀ। ਪਰ ਤੁਹਾਨੂੰ ਸੁਣ ਕੇ ਹੀ ਇਹ ਜੋ ਅੰਦਰਲੀ ਪਰਮ ਮਰਿਆਦਾ ਹੈ, ਜਿਹਦੇ ਦੁਆਰਾ ਸਭ ਕੁਝ ਚੱਲ ਰਿਹਾ ਹੈ, ਪਰਮ ਨਿਯਮ, ਉਹ ਮੈਨੂੰ ਮਿਲ ਗਿਆ। ਸਭ ਕੁਝ ਛੁੱਟ ਗਿਆ। ਪਰ ਜੋ ਮਿਲਿਆ ਹੈ ਨਾ, ਉਹਨੂੰ ਕਹਿ ਨਹੀਂ ਸਕਦੇ। ਉਹ ਅੰਦਰੇ ਹੀ ਸੀ। ਉਹਨੇ ਕਿਹਾ ਵੀ ਤੁਸੀਂ ਇੰਨਾ ਸਾਫ਼ ਤੇ ਸਪਸ਼ਟ ਬੋਲਦੇ ਹੋ, ਇੰਨੀ ਕਲੀਅਰਟੀ ਹੈ ਤੁਹਾਡੀਆਂ ਗੱਲਾਂ ਦੇ ਵਿੱਚ, ਸਪਸ਼ਟਤਾ ਹੈ ਵੀ ਸੁਣ ਕੇ ਆਪਣੇ ਆਪ ਹੀ ਉਹ ਜੋ ਕੂੜ ਸੀ, ਵਿਅਰਥ ਸੀ, ਉਹ ਛੁੱਟ ਗਿਆ। ਝੂਠ ਛੁੱਟ ਗਿਆ, ਝੂਠੀਆਂ ਮਰਿਆਦਾਵਾਂ ਛੁੱਟ ਗਈਆਂ, ਝੂਠੇ ਨਿਯਮ ਛੁੱਟ ਗਏ, ਝੂਠੀ ਪ੍ਰੀਤ ਛੁੱਟ ਗਈ। ਜਗਤ में ਝੂਠੀ ਦੇਖੀ ਪ੍ਰੀਤ, ਮੈਨੂੰ ਸੱਚੀ ਪ੍ਰੀਤ ਮਿਲ ਗਈ, ਸੱਚਾ ਪਿਆਰਾ ਮਿਲ ਗਿਆ। ਉਹਨੇ ਕਿਹਾ ਮੈਨੂੰ ਇਉਂ ਲੱਗਦਾ ਹੈ ਵੀ ਲੋਕਾਂ ਨੂੰ ਸੁਣਨਾ ਹੀ ਨਹੀਂ ਆਉਂਦਾ। ਵੀ ਇੰਨੀ ਸਾਫ਼ ਤੇ ਸਪਸ਼ਟ ਗੱਲ ਨੂੰ ਵੀ ਨਹੀਂ ਸੁਣ ਰਹੇ ਹਨ, ਜਿਹਦੇ ਵਿੱਚ ਕੋਈ ਵੀ ਵਾਲ ਫੇਰ ਨਹੀਂ, ਸਿੱਧੀ ਗੱਲ ਹੈ। ਇੱਧਰੋਂ ਪੱਟਣਾ ਤੇ ਇੱਧਰ ਲਾਉਣਾ, ਇਹ ਵੀ ਸਮਝ ਵਿੱਚ ਨਹੀਂ ਆਉਂਦੀ। ਇਹਦੇ ਤੇ ਵੀ ਸ਼ੱਕ ਕਰਦੇ, ਪਰ ਉਹਨੂੰ ਪਤਾ ਨਹੀਂ ਹੈ ਵੀ ਲੋਕ ਝੂਠੀ ਪ੍ਰੀਤ ਦੇ ਵਿੱਚ, ਝੂਠੇ ਨਿਯਮਾਂ ਦੇ ਵਿੱਚ, ਝੂਠੀਆਂ ਮਰਿਆਦਾਵਾਂ ਦੇ ਵਿੱਚ ਬਹੁਤ ਬੰਧੇ ਹੋਏ ਹਨ, ਬਹੁਤ ਜਕੜੇ ਹੋਏ ਹਨ। ਉਹਨੂੰ ਛੱਡਣਾ ਬਹੁਤ ਔਖਾ ਹੈ। ਅਗਰ ਸੁਣਦੇ ਵੀ ਹਨ ਨਾ, ਤੇ ਜੋ ਧਾਰਮਿਕ ਲੋਕ ਦੱਸਦੇ ਹਨ, ਬਾਹਰ ਮੁਖੀ ਮਰਿਆਦਾ, ਨਿਯਮ, ਧਰਮ ਦੇ ਬਾਰੇ, ਉਹਦੇ ਹਿਸਾਬ ਨਾਲ ਸੁਣਦੇ ਹਨ ਤੇ ਵਿਚਾਰਦੇ ਹਨ ਵੀ ਸਾਡੇ ਧਰਮ ਦੇ ਅਨੁਕੂਲ ਹੈ ਕਿ ਨਹੀਂ, ਸਾਡੀ ਮਰਿਆਦਾ ਦੇ ਮੁਤਾਬਕ ਇਹ ਗੱਲ ਹੈ ਕਿ ਨਹੀਂ।
ਇਵੇਂ ਹੀ ਕਰਦੇ ਹਨ ਲੋਕ। ਪੁਰਾਣੇ ਸਮਿਆਂ ਦੇ ਵਿੱਚ ਵੀ ਇਵੇਂ ਹੀ ਕਰਦੇ ਸਨ। ਕਬੀਰ ਜੀ ਤੇ ਸਾਹਮਣੇ ਬੋਲ ਰਹੇ ਸਨ, ਪਰ ਸੁਣਨ ਵਾਲੇ ਤੇ ਕਹਿੰਦੇ ਸਨ ਸਾਡੇ ਸ਼ਾਸਤਰਾਂ 'ਤੇ ਲਿਖੀ ਨਹੀਂ ਇਹ ਗੱਲ। ਸ਼ਾਸਤਰਾਂ 'ਚ ਕਈ ਨਹੀਂ ਮੰਨੀਏ ਕਿਵੇਂ। ਤੇ ਸਦੀਆਂ ਬਾਅਦ ਪਤਾ ਲੱਗਦਾ ਹੈ ਲੋਕਾਂ ਨੂੰ, ਜਦੋਂ ਸ਼ਾਸਤਰ ਬਣ ਜਾਣਗੇ ਇਹਨਾਂ ਗੱਲਾਂ ਦੇ। ਪਰ ਜਦੋਂ ਸਾਹਮਣੇ ਕਹੀ ਜਾਂਦੀ ਹੈ ਉਦੋਂ ਤਾਜ਼ੀ ਹੁੰਦੀ ਹੈ, ਉਦੋਂ ਸਾਫ਼ ਹੁੰਦੀ ਹੈ, ਸਪਸ਼ਟ ਹੁੰਦੀ ਹੈ, ਉਦੋਂ ਸਮਝ ਵਿੱਚ ਨਹੀਂ ਆਉਂਦੀ। ਜਦੋਂ ਸਮਾਂ ਲੰਘ ਜਾਂਦਾ ਤੇ ਸਮੂਹਿਕ ਤਲ 'ਤੇ ਲੋਕ ਸਮਝਦੇ ਹਨ ਤੇ ਫਿਰ ਲੋਕਾਂ ਨੂੰ ਖਿਆਲ ਵਿੱਚ ਆਉਂਦੀ ਹੈ ਵੀ ਉਹ ਤੇ ਠੀਕ ਕਹਿ ਰਹੇ ਸਨ। ਤੇ ਵਰਤਮਾਨ ਦੇ ਵਿੱਚ ਤੇ ਕੋਈ ਵਿਰਲਾ ਗੁਰਮੁਖ ਪਿਆਰਾ ਜਿਹੜਾ ਸੰਸਾਰਿਕ ਬੰਧਨਾਂ ਤੋਂ ਥੋੜ੍ਹਾ ਜਿਹਾ ਆਜ਼ਾਦ ਹੋ ਸਕੇ, ਧਾਰਮਿਕ ਬੰਧਨਾਂ ਤੋਂ ਥੋੜ੍ਹਾ ਜਿਹਾ ਸੁਤੰਤਰ ਹੋ ਸਕੇ, ਜਿਹੜਾ ਤੋੜ ਸਕੇ ਸਮਾਜਿਕ ਤੇ ਧਾਰਮਿਕ ਨਿਯਮਾਂ ਨੂੰ, ਬੰਧਨਾਂ ਨੂੰ, ਸੁਤੰਤਰ ਹੋ ਕੇ ਜਿਹੜਾ ਸੁਣੇਗਾ ਉਹ ਹੀ ਸਿੱਧਾ ਸਿੱਧਾ ਸੁਣ ਸਕਦਾ ਹੈ। ਵਰਤਮਾਨ 'ਚ ਤਾਂ ਤੁਸੀਂ ਜਿਹੜੀ ਗੱਲ ਸੁਣੋਗੇ ਵਰਤਮਾਨ 'ਚ ਹੋ ਕੇ ਸੁਣੋਗੇ ਨਾ। ਹੁਣ ਪਿਛਲੇ ਨੂੰ ਖਿਆਲ ਵਿੱਚ ਰੱਖ ਕੇ ਸੁਣੋਗੇ ਫਿਰ ਥੋੜ੍ਹੀ ਸੁਣੋਗੇ, ਫਿਰ ਤੇ ਵਿਚਾਰੋਗੇ। ਤੇ ਲੋਕ ਵਿਚਾਰਦੇ ਹਨ, ਮਨ ਦੇ ਤਲ 'ਤੇ ਸੋਚਦੇ, ਤੇ ਮਨ ਦੇ ਤਲ 'ਤੇ ਸੋਚਣ ਵਾਸਤੇ ਥੋੜ੍ਹੀ ਕਿਹਾ ਜਾ ਰਿਹਾ। ਇੱਥੇ ਕੋਈ ਕਥਾ ਵਾਰਤਾ ਥੋੜ੍ਹੀ ਹੋ ਰਹੀ ਹੈ। ਅਗਰ ਕਥਾ ਵਾਰਤਾ ਹੀ ਹੁੰਦੀ ਤੇ ਇੰਨੇ ਲੋਕਾਂ ਦੇ ਜੀਵਨ ਦੇ ਵਿੱਚ ਪਰਿਵਰਤਨ ਨਹੀਂ ਸੀ ਆਉਣਾ ਜਿੰਨਾ ਆ ਰਿਹਾ ਹੈ। ਖਿਆਲ ਵਿੱਚ ਰੱਖੋ। ਤੇ ਬਹੁਤਿਆਂ ਦੇ ਜੀਵਨ 'ਚ ਆ ਰਿਹਾ ਹੈ ਪਰਿਵਰਤਨ। ਉਹ ਵਾਸਤਵਿਕ ਦੇ ਵਿੱਚ ਜਿਹੜੇ ਸੁਣਦੇ ਹਨ ਨਾ, ਉਹ ਜਾ ਰਹੇ ਹਨ ਉਧਰ ਨੂੰ, ਜਿੱਧਰ ਨੂੰ ਜਾਣ ਵਾਸਤੇ ਬਾਬੇ ਨਾਨਕ ਨੇ, ਭਗਤ ਕਬੀਰ ਜੀ ਨੇ, ਪਰਮ ਪੁਰਖਾਂ ਨੇ ਕਿਹਾ ਹੈ। ਜਿੱਧਰ ਨੂੰ ਜਾਣਾ ਹੀ ਹੈ ਸਾਰਿਆਂ ਨੇ। ਹਾਂ, ਦੇਰ ਲੱਗ ਸਕਦੀ ਹੈ। ਦੇਰ ਕਿਉਂ ਲੱਗਦੀ ਹੈ? ਕਹਿੰਦੇ ਨਾ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ। ਖੁਆਰ ਕਿਉਂ ਹੁੰਦੇ ਹਨ ਜ਼ਿਆਦਾ ਲੋਕ? ਬਾਹਰ ਦੇ ਮੋਹ ਮਮਤਾ ਕਰਕੇ, ਝੂਠੀ ਪ੍ਰੀਤ ਕਰਕੇ। ਦੇਖੋ ਝੂਠੀ ਪ੍ਰੀਤ ਹੀ ਨਹੀਂ ਛੁੱਟਦੀ। ਪਤਾ ਵੀ ਹੈ ਸਾਰਿਆਂ ਨੂੰ ਵੀ ਇਹ ਜੋ ਪ੍ਰੀਤ ਹੈ ਸੰਸਾਰ ਦੀ ਝੂਠੀ ਹੈ। ਜਗਤ में झूठी देखी प्रीत, अपने ही सुख स्यों सब लागे, क्या दारा क्या मीत। ਅੱਜ ਕਿਸੇ ਨੂੰ ਪਰਿਵਾਰ ਦੇ ਵਿੱਚ ਕਰੋਨਾ ਹੋ ਜਾਵੇ ਤਾਂ ਉਹਨੂੰ ਸਾਰੇ ਹੀ ਪਰਿਵਾਰ ਦੇ ਮੈਂਬਰ ਛੱਡ ਦੇਣਗੇ, ਦੂਰ ਹੋ ਜਾਣਗੇ, ਕਿਤੇ ਅਸੀਂ ਕੋਲ ਗਏ ਸਾਨੂੰ ਨਾ ਹੋ ਜਾਵੇ। ਉਹਦੇ ਕੋਲ ਨਾ ਜਾਊਗਾ ਕੋਈ। ਦੇਖਿਆ ਹੀ ਹੈ ਤੁਸੀਂ, ਐਸਾ ਹੋਇਆ ਹੈ। ਲੋਕ ਸੰਸਕਾਰ 'ਤੇ ਵੀ ਨਹੀਂ ਜਾਂਦੇ ਹਨ, ਰਿਸ਼ਤੇਦਾਰ ਵੀ ਨਹੀਂ ਆਉਂਦੇ ਹਨ ਤੇ ਸਾਨੂੰ ਨਾ ਬਿਮਾਰੀ ਲੱਗ ਜਾਵੇ। ਤੇ ਬਾਹਰੋਂ ਹੈ ਦਿਖਾਵਾ,
ਜਿਹੜੀ ਪ੍ਰੀਤ ਤੁਸੀਂ ਕਹਿੰਦੇ ਹੋ ਪ੍ਰੀਤ ਥੋੜ੍ਹੀ, ਇਹ ਤਾਂ ਝੂਠੀ ਹੈ। ਫਿਰ ਝੂਠੀ ਪ੍ਰੀਤ ਛੱਡ ਕੇ ਸੱਚੀ ਪ੍ਰੀਤ ਮਿਲਦੀ ਹੈ। ਸੱਚੀ ਪ੍ਰੀਤ ਮਿਲਦੀ ਹੈ ਝੂਠੀ ਪ੍ਰੀਤ ਨੂੰ ਛੱਡ ਕੇ। ਵਾਸਤਵਿਕ ਪ੍ਰੀਤ, ਜਿਹੜੀ ਪ੍ਰੀਤ ਦੀ ਗੁਰੂ ਸਾਹਿਬ ਜੀ ਗੱਲ ਕਰਦੇ ਹਨ ਜਾਂ ਕਬੀਰ ਜੀ ਕਹਿ ਰਹੇ ਹਨ, ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਸਨੇਹੀ ਪਿਆਰਾ, ਵਾਸਤਵਿਕ ਦੇ ਵਿੱਚ ਪ੍ਰੀਤ, ਉਹਦੇ ਨਾਲ ਪ੍ਰੀਤ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਹ ਹੈ ਪ੍ਰੀਤ ਜਿਹੜੀ ਸਦਾ ਹੀ ਨਿਭਣ ਵਾਲੀ ਪ੍ਰੀਤ। ਕਹਿੰਦੇ ਉਹ ਟੁੱਟਦੀ ਹੈ ਬਾਹਰ ਧਿਆਨ ਕਰਕੇ, ਸੰਸਾਰ ਵਿੱਚ ਧਿਆਨ। ਹੁਣ ਦੇਖੋ ਕੰਮ ਵਿੱਚ ਧਿਆਨ ਕਰਕੇ ਹੀ ਟੁੱਟ ਜਾਂਦੀ ਹੈ, ਅਤੇ ਜਿਹੜੇ ਝੂਠੇ ਸੰਬੰਧ ਹਨ ਉਹਨਾਂ ਦੇ ਕਰਕੇ ਤਾਂ ਟੁੱਟ ਹੀ ਰਹੀ ਹੈ ਨਾ। ਤੁਸੀਂ ਸੋਚਦੇ ਹੋ ਬਾਹਰ ਕਿੰਨਾ ਬਾਰੇ, ਜਿਹੜੇ ਆਪਣੇ ਨਹੀਂ ਹਨ, ਆਪਣੇ ਹੋ ਨਹੀਂ ਸਕਦੇ ਸਦਾ, ਆਪਣੇ ਬਣ ਨਹੀਂ ਸਕਦੇ। 4 ਦਿਨਾਂ ਦਾ ਮੇਲਾ ਹੈ, 4 ਦਿਨ ਵਾਸਤੇ ਇਕੱਠੇ ਹੋਏ। ਕਹਿੰਦੇ ਹਨ ਨਾ ਇਹ ਸੰਸਾਰ ਹੈ ਨਦੀ ਨਾਵ ਸੰਯੋਗ। ਜਿਵੇਂ ਨਦੀ ਪਾਰ ਕਰਨ ਵਾਸਤੇ ਇੱਕ ਬੇੜੀ ਦੇ ਵਿੱਚ ਬੈਠ ਗਏ ਅਤੇ ਅਗਲੇ ਪਾਰ ਜਾ ਕੇ ਉਤਰ ਗਏ ਅਤੇ ਸਾਰੇ ਆਪੋ ਆਪਣੇ ਰਸਤੇ ਪੈ ਗਏ। ਬਸ ਇੰਨਾ ਕੁ ਸੰਯੋਗ ਹੈ ਸੰਸਾਰ ਦਾ। 4 ਦਿਨਾਂ ਦਾ ਮੇਲਾ, ਸਾਰਿਆਂ ਨੇ ਵਿਛੜ ਜਾਣਾ ਹੈ। ਅਤੇ 4 ਦਿਨਾਂ 'ਚ ਤੁਸੀਂ ਕਿੰਨਾ ਮੋਹ ਪਾ ਲੈਂਦੇ ਹੋ। ਇਸ ਮੋਹ ਕਰਕੇ, ਇਸ ਝੂਠੀ ਪ੍ਰੀਤ ਕਰਕੇ ਵਾਸਤਵਿਕ ਦੇ ਵਿੱਚ ਜੋ ਹੈ ਪ੍ਰੀਤ, ਜੋ ਪਿਆਰਾ ਹੈ, ਉਹਨੂੰ ਭੁਲਾ ਦਿੰਦੇ। ਜੋ ਆਪਣਾ ਹੈ ਉਹ ਭੁੱਲ ਜਾਂਦਾ ਹੈ। ਜਿਹੜੇ ਆਪਣੇ ਨਹੀਂ ਹਨ, ਨਹੀਂ ਹੋ ਸਕਦੇ ਹਨ, ਉਹਨਾਂ ਨੂੰ ਯਾਦ ਕਰੀ ਜਾਂਦੇ। ਇਹੋ ਹੀ ਕਿਹਾ ਹੈ ਨਾ, ਬਾਣੀ 'ਚ ਵੀ ਇਹੋ ਕਿਹਾ ਗਿਆ ਹੈ। ਅਤੇ ਜਿਨ੍ਹਾਂ ਨੇ ਉਹਨੂੰ ਆਪਣਾ ਸਮਝ ਲਿਆ, ਜਬ ਮੋਹੇ ਰਾਮ ਆਪਣਾ ਕਰ ਜਾਣੇ, ਸਹਿਜ ਸੁਭਾਏ ਮੇਰਾ ਮਨ ਮਾਨ। ਫਿਰ ਜਿਹੜੇ ਆਪਣੇ ਨਹੀਂ ਹਨ, ਹੁਣ ਤੁਸੀਂ ਸੋਚਿਓ ਆਪਣਾ ਕੀ ਹੈ ਇਸ ਸੰਸਾਰ 'ਚ? ਕੁਛ ਹੈ? ਕਿਹਨੂੰ ਨਾਲ ਲੈ ਕੇ ਜਾਣਾ ਹੈ ਤੁਸੀਂ? ਹੁਣ ਜਿਹਨੂੰ ਸਭ ਕੁਝ ਛੱਡ ਹੀ ਦੇਣਾ ਹੈ, ਫਿਰ ਆਪਣਾ ਕਿੱਥੇ? ਆਪਣਾ ਤੇ ਕੁਛ ਵੀ ਨਹੀਂ, ਆਪਣਾ ਤੇ ਸਰੀਰ ਹੀ ਨਹੀਂ। ਤਨ ਧਨ ਜਹ ਤਉ ਕੋ ਦੀਓ, ਜਾਸਿਓ ਨੇਹੋ ਨ ਕੀ। ਕਿਆ ਹੀ ਹੈ, ਅੰਤ ਕਾਲ ਸੰਗੀ ਨਹਿ ਕੋ, ਯਹ ਅਚਰਜ ਹੈ ਰੀਤ। ਕਹਿੰਦੇ ਕੁਛ ਵੀ, ਕੋਈ ਵੀ ਸੰਗੀ ਨਹੀਂ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕੋਈ ਨਹੀਂ ਨਿਭਣਾ, ਸਾਰਿਆਂ ਨੇ ਛੱਡ ਦੇਣਾ ਹੈ। ਅਤੇ ਜਿਨ੍ਹਾਂ ਨੇ ਛੱਡ ਹੀ ਦੇਣਾ ਹੈ, ਉਹਨਾਂ ਦੇ ਵਾਸਤੇ ਤੁਸੀਂ ਆਪਣਾ ਜੀਵਨ ਕਿਉਂ ਗਵਾ ਰਹੇ ਹੋ? ਦੇਖੋ, ਤੁਹਾਨੂੰ ਅਵਸਰ ਮਿਲਿਆ ਹੋਇਆ ਹੈ, ਇਹ ਅਵਸਰ ਕਿਉਂ ਗਵਾ ਰਹੇ ਹੋ? ਬਹੁਤ ਪਿਆਰਾ ਅਵਸਰ ਮਿਲਿਆ ਹੋਇਆ। ਇਸ ਪੌੜੀ 'ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏ। ਅਗਰ ਹੁਣ ਚੁੱਕ ਗਏ ਨਾ ਤੁਸੀਂ, ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਫਿਰ ਖਿਆਲ ਵਿੱਚ ਰੱਖਿਓ, ਬਹੁਤ ਪਿਆਰਾ ਅਵਸਰ ਹੈ। ਅਤੇ ਇਹ ਅਵਸਰ ਨੂੰ ਸੰਭਾਲਣ ਵਾਸਤੇ ਵੀ ਜਿਹੜਾ ਕਹਿ ਰਿਹਾ ਹੈ ਨਾ, ਉਹ ਵੀ ਸ਼ਾਇਦ ਤੁਹਾਨੂੰ ਦੁਬਾਰਾ ਕਦੋਂ ਮਿਲੇ। ਦੇਖੋ ਤੁਸੀਂ, ਕਹਿੰਦੇ ਕਦੇ ਕਦੇ ਐਸਾ ਹੁੰਦਾ ਹੈ
ਕਿ ਜਿਵੇਂ ਨਦੀ ਨੂੰ ਪਾਰ ਕਰਨ ਵਾਸਤੇ ਕੋਈ ਮਲਾਹ ਹੈ ਨਾ, ਤੇ ਮਲਾਹ ਆਪਣੀ ਬੇੜੀ 'ਚ ਬਿਠਾ ਕੇ ਦੂਸਰੇ ਪਾਰ ਲਗਾ ਦਿੰਦਾ ਹੈ। ਪਰ ਸੰਸਾਰ ਰੂਪੀ ਨਦੀ, ਸੰਸਾਰ ਰੂਪੀ ਦਰਿਆ ਦੇ ਵਿੱਚ ਵੀ ਐਸੇ ਕਦੇ ਕਦੇ ਮਲਾਹ ਆਉਂਦੇ ਆ ਆਪਣਾ ਜਹਾਜ਼ ਲੈ ਕੇ। ਅਗਰ ਕੋਈ ਬੈਠ ਜਾਵੇ ਚੁੱਪਚਾਪ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈ। ਬਸ ਚੜ੍ਹ ਗਿਆ, ਨਾਨਕ ਨਾਮ ਜਹਾਜ਼ ਚੜ੍ਹੇ ਸੋ ਉਤਰੇ ਪਾਰ। ਵਾਸਤਵਿਕ ਦੇ ਵਿੱਚ ਗੱਲ ਠੀਕ ਹੈ, ਚੜ੍ਹ ਗਿਆ ਤੇ ਉਤਰੀ ਜਾਏਗਾ ਨਾ। ਪਰ ਚੜ੍ਹੇਗਾ ਉਹ ਹੀ ਜਿਹੜਾ ਇਸ ਕਿਨਾਰੇ ਨੂੰ ਛੱਡੇਗਾ, ਉਹੋ ਹੀ ਸਵਾਰ ਹੋਵੇਗਾ ਨਾ। ਹੁਣ ਤੁਸੀਂ ਬੇੜੀ ਦੇ ਵਿੱਚ ਸਵਾਰ ਹੋਣਾ ਹੋਵੇ ਤੇ ਜਿਹੜਾ ਪਹਿਲਾ ਕਿਨਾਰਾ ਹੈ ਉਹਨੂੰ ਛੱਡੋਗੇ ਤਾਂ ਹੀ ਹੋਵੋਗੇ ਨਾ। ਤੁਸੀਂ ਕਹੋਗੇ ਵੀ ਇਸ ਕਿਨਾਰੇ ਨੂੰ ਤੇ ਅਸੀਂ ਛੱਡਣਾ ਨਹੀਂ, ਪਰ ਸਾਨੂੰ ਬੇੜੀ 'ਚ ਵੀ ਸਵਾਰ ਕਰ ਲਓ, ਉਸ ਕਿਨਾਰੇ ਵੀ ਲੈ ਚੱਲੋ। ਇੱਦਾਂ ਥੋੜ੍ਹੀ ਹੋਵੇ, ਇੱਧਰਲਾ ਤਾਂ ਛੱਡਣਾ ਹੀ ਪਵੇਗਾ। ਅਤੇ ਜਿਹੜਾ ਇੱਧਰਲਾ ਛੱਡਣ ਨੂੰ ਤਿਆਰ ਹੋਵੇਗਾ, ਨਾਲ ਚੱਲਣ ਨੂੰ ਤਿਆਰ ਹੋਵੇਗਾ, ਬੈਠਣ ਨੂੰ ਤਿਆਰ ਹੋਵੇਗਾ, ਤੇ ਉਹ ਸਹਿਜ ਹੀ, ਜਿਵੇਂ ਇਸ ਟੈਲੀਫੋਨ ਦੇ ਵਿੱਚ ਕਿਹਾ ਹੈ ਨਾ, ਸਹਿਜ ਸੁਭਾਏ ਹੋਵੇ ਸੋ ਹੋਏ। ਕਿਤੇ ਪਤਾ ਹੀ ਨਹੀਂ ਲੱਗਾ ਕਿਵੇਂ ਹੋ ਗਈ। ਕਿਵੇਂ ਹੋ ਗਿਆ ਪਤਾ ਹੀ ਨਹੀਂ ਲੱਗਾ, ਸੁਣਦਿਆਂ ਹੀ ਹੋ ਗਈ, ਸਹਿਜ ਸੁਭਾਏ ਹੋ ਗਈ। ਇਹੋ ਮੈਂ ਕਹਿੰਦਾ, ਤੁਸੀਂ ਆਪਣੇ ਆਪ ਨੂੰ ਛੱਡ ਕੇ ਮੈਂ ਇਹਨੂੰ ਤੇ ਸੁਣੋਗੇ ਨਾ, ਤੇ ਆਪਣੇ ਆਪ ਹੀ ਹੋਵੇਗਾ, ਸਹਿਜ ਸੁਭਾਏ ਹੀ ਹੋਵੇਗਾ। ਤੇ ਹੋ ਰਿਹਾ ਹੈ ਬਹੁਤਿਆਂ ਨੂੰ। ਸਹਿਜ ਸੁਭਾਏ ਹੋਵੇ ਸੋ ਹੋਏ, ਕਰੜੇ ਹਾਰ ਪਛਾਣੇ।